3 ਵਾਰ ਵਿੱਚ 7 ਪਰਬਾਂ ਵਿੱਚੋਂ ਤੁਰੀ ਵਜਾਉਣ ਦਾ ਪਰਬ ਪ੍ਰਾਸ਼ਚਿਤ ਦੇ ਦਿਨ ਤੋਂ 10 ਦਿਨ ਪਹਿਲਾਂ ਪਵਿੱਤਰ ਕੈਲੰਡਰ ਅਨੁਸਾਰ 7ਵੇਂ ਮਹੀਨੇ ਦੇ ਪਹਿਲੇ ਦਿਨ ਤੁਰੀਆਂ ਵਜਾ ਕੇ ਪ੍ਰਾਸ਼ਚਿਤ ਦੇ ਦਿਨ ਦੀ ਤਿਆਰੀ ਕਰਨ ਲਈ ਹੈ। ਜੇ ਅਸੀਂ 3500 ਸਾਲ ਪਹਿਲਾਂ ਪੁਰਾਣੇ ਨੇਮ ਵਿੱਚ ਇਸ ਦੀ ਸ਼ੁਰੂਆਤ ਨੂੰ ਵੇਖੀਏ ਤਾਂ ਜਦੋਂ ਮੂਸਾ 10 ਹੁਕਮਾਂ ਦੀਆਂ ਪਹਿਲੀਆਂ ਫੱਟੀਆਂ ਨੂੰ ਲੈ ਕੇ ਹੇਠਾਂ ਆਇਆ, ਇਸਰਾਏਲੀ ਸੋਨੇ ਦੇ ਵੱਛੇ ਦੀ ਪੂਜਾ ਕਰ ਰਹੇ ਸੀ। ਉਹਨਾਂ ਦੇ ਮੂਰਤੀ ਪੂਜਾ ਦੇ ਨਤੀਜੇ ਵਜੋਂ ਉਸਨੇ ਪੱਥਰ ਦੀਆਂ ਫੱਟੀਆਂ ਨੂੰ ਪਹਾੜ ਤੋਂ ਹੇਠਾਂ ਸੁੱਟ ਦਿੱਤਾ ਅਤੇ ਉਸ ਨੂੰ ਟੁਕੜੇ-ਟੁਕੜੇ ਕਰ ਦਿੱਤਾ। ਉਸ ਦਿਨ ਲਗਭਗ 3000 ਮੂਰਤੀ ਪੂਜਕ ਮਾਰੇ ਗਏ ਸੀ। ਇਸ ਤੋਂ ਬਾਅਦ ਇਸਰਾਏਲੀਆਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਜੋ ਕੀਤਾ ਉਹ ਗਲਤ ਸੀ। ਉਹਨਾਂ ਨੇ ਪਰਮੇਸ਼ਵਰ ਦੀ ਇੱਛਾ ਨੂੰ ਵੀ ਮਹਿਸੂਸ ਕੀਤਾ ਅਤੇ ਇਹ ਵੀ ਨਿਸ਼ਚਿਤ ਕੀਤਾ ਕਿ ਉਹ ਕਦੇ ਕਿਸੇ ਹੋਰ ਦੇਵਤਿਆਂ ਜਾਂ ਮੂਰਤੀਆਂ ਦੀ ਪੂਜਾ ਨਹੀਂ ਕਰਨਗੇ। ਇਸ ਲਈ ਉਹਨਾਂ ਨੇ ਪ੍ਰਾਸ਼ਚਿਤ ਕੀਤਾ ਅਤੇ ਜਿਵੇਂ ਕਿ ਪਰਮੇਸ਼ਵਰ ਨੇ ਕਿਹਾ, 10 ਹੁਕਮਾਂ ਦੀਆਂ ਦੂਜੀਆਂ ਫੱਟੀਆਂ ਪ੍ਰਾਪਤ ਕਰਨ ਲਈ ਉੱਪਰ ਆ, ਮੂਸਾ 6ਵੇਂ ਮਹੀਨੇ ਦੇ ਪਹਿਲੇ ਦਿਨ ਸੀਨੀ ਪਹਾੜ ਤੇ ਚੜ੍ਹ ਗਿਆ। ਉੱਥੇ ਉਸਨੇ ਦੂਜੀ ਵਾਰ 40 ਦਿਨਾਂ ਤੱਕ ਵਰਤ ਰੱਖਿਆ ਅਤੇ ਪਵਿੱਤਰ ਕੈਲੰਡਰ ਦੁਆਰਾ 7ਵੇਂ ਮਹੀਨੇ ਦੇ 10ਵੇਂ ਦਿਨ 10 ਹੁਕਮਾਂ ਦੀਆਂ ਦੂਜੀਆਂ ਫੱਟੀਆਂ ਲੈ ਕੇ ਹੇਠਾਂ ਉਤਰਿਆ। ਪਰਮੇਸ਼ਵਰ ਨੇ ਉਸ ਦਿਨ ਨੂੰ ਪ੍ਰਾਸ਼ਚਿਤ ਦੇ ਦਿਨ ਦੇ ਰੂਪ ਵਿੱਚ ਨਿਯੁਕਤ ਕੀਤਾ ਕਿਉਂਕਿ ਉਹਨਾਂ ਨੇ ਪਾਪਾਂ ਦੀ ਮਾਫੀ ਪ੍ਰਾਪਤ ਕੀਤੀ ਸੀ। 7ਵੇਂ ਮਹੀਨੇ ਦਾ ਪਹਿਲਾ ਦਿਨ ਤੁਰੀ ਵਜਾਉਣ ਦਾ ਪਰਬ ਇਸਰਾਏਲੀਆਂ ਨੂੰ ਇਹ ਯਾਦ ਕਰਾਉਣ ਲਈ ਤੁਰੀਆਂ ਵਜਾ ਕੇ ਮਨਾਇਆ ਗਿਆ। 10 ਦਿਨਾਂ ਵਿੱਚ ਪ੍ਰਾਸ਼ਚਿਤ ਦਾ ਦਿਨ ਆਵੇਗਾ, ਇਸ ਲਈ ਸਾਰੇ ਇਸਰਾਏਲੀ ਪ੍ਰਾਸ਼ਚਿਤ ਕਰਨ। ਇਸ ਪਰਬ ਤੇ ਸਾਨੂੰ ਵੀ ਇਹ ਕਹਿੰਦੇ ਹੋਏ ਸੰਸਾਰ ਵੱਲ ਤੁਰੀਆਂ ਵਜਾਉਣ ਦੇ ਯੋਗ ਹੋਣਾ ਚਾਹੀਦਾ ਹੈ, ਸਵਰਗ ਦਾ ਰਾਜ ਨੇੜੇ ਹੈ। ਆਓ ਅਸੀਂ ਤੋਬਾ ਕਰੀਏ ਅਤੇ ਸਵਰਗ ਦੇ ਰਾਜ ਲਈ ਤਿਆਰੀ ਕਰੀਏ। ਇਸ ਲਈ ਅੱਜ ਮੈਂ ਤੁਹਾਡੇ ਨਾਲ ਤੁਰੀ ਵਜਾਉਣ ਦਾ ਪਰਬ ਅਤੇ ਪ੍ਰਾਸ਼ਚਿਤ ਦੀ ਤੁਰੀ ਸਿਰਲੇਖ ਉਪਦੇਸ਼ ਨਾਲ ਪਰਮੇਸ਼ਵਰ ਦਾ ਵਚਨ ਸਾਂਝਾ ਕਰਨਾ ਚਾਹੁੰਦਾ ਹਾਂ। ਆਓ ਲੇਵੀਆਂ ਦੀ ਪੋਥੀ ਅਧਿਆਇ 23 ਵਚਨ 24 ਵਿੱਚ ਪਰਮੇਸ਼ਵਰ ਦੇ ਵਚਨ ਨੂੰ ਵੇਖੀਏ। ਲੇਵੀਆਂ ਦੀ ਪੋਥੀ ਅਧਿਆਇ 23 ਵਚਨ 24। ਨਾਲੇ ਮੂਸਾ ਯਹੋਵਾਹ ਨਾਲ ਬੋਲਿਆ ਕਿ ਇਸਰਾਏਲ ਦੇ ਪਰਿਵਾਰ ਨੂੰ ਬੋਲ ਕਿ 7ਵੇਂ ਮਹੀਨੇ ਨੂੰ ਮਹੀਨੇ ਦੀ ਪਹਿਲੀ ਮਿਤੀ ਵਿੱਚ ਤੁਸਾਂ ਇੱਕ ਸਬਤ ਇੱਕ ਪਵਿੱਤਰ ਮੇਲਾ ਕਰਨ। ਤੁਸਾਂ ਉਸ ਦੇ ਵਿੱਚ ਕੋਈ ਕੰਮ ਧੰਦਾ ਨਾ ਕਰਨਾ, ਪਰ ਤੁਸਾਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣੀ। ਪੁਰਾਣੇ ਨੇਮ ਵਿੱਚ ਇਹ ਪਰਬ ਮਨਾਇਆ ਗਿਆ ਸੀ ਅਤੇ ਇੱਥੋਂ ਤੱਕ ਕਿ ਨਵੇਂ ਨੇਮ ਵਿੱਚ ਵੀ ਇਸ ਦੀ ਤਾਰੀਖ ਨਹੀਂ ਬਦਲੀ। ਮਸੀਹ ਨੇ ਲੇਲੇ ਅਤੇ ਬੱਕਰੀ ਵਰਗੇ ਜਾਨਵਰਾਂ ਦੀ ਬਲੀ ਦੇਣ ਤੋਂ ਅਰਾਧਨਾ ਕਰਨ ਦੇ ਤਰੀਕੇ ਨੂੰ ਆਤਮਾ ਅਤੇ ਸੱਚਾਈ ਨਾਲ ਅਰਾਧਨਾ ਕਰਨ ਵਿੱਚ ਬਦਲ ਦਿੱਤਾ, ਕਿਉਂਕਿ ਮਸੀਹ ਉਸ ਬਲੀਦਾਨ ਦੀ ਅਸਲੀਅਤ ਬਣੇ। ਪੁਰਾਣੇ ਨੇਮ ਦੀ ਵਿਵਸਥਾ ਨਵੇਂ ਨੇਮ ਦੀ ਵਿਵਸਥਾ ਵਿੱਚ ਬਦਲ ਗਈ, ਪਰ ਤਾਰੀਖਾਂ ਬਾਰੇ ਕੀ? ਪਰਮੇਸ਼ਵਰ ਨੇ ਸਾਨੂੰ ਉਹੀ ਤਾਰੀਖਾਂ ਤੇ ਉਹਨਾਂ ਨੂੰ ਮਨਾਉਣ ਦੀ ਇਜਾਜ਼ਤ ਦਿੱਤੀ। ਪ੍ਰਾਸ਼ਚਿਤ ਦੀ ਘੋਸ਼ਣਾ ਕਰਨ ਦਾ ਪਰਬ ਪ੍ਰਾਸ਼ਚਿਤ ਦੇ ਦਿਨ ਤੋਂ 10 ਦਿਨ ਪਹਿਲਾਂ ਪਰਮੇਸ਼ਵਰ ਨੇ ਇਸਰਾਏਲੀਆਂ ਨੂੰ ਤੋਬਾ ਕਰਨ ਲਈ ਕਹਿਣ ਲਈ ਤੁਰੀ ਵਜਾਈ ਸੀ। ਆਓ ਅਸੀਂ ਪ੍ਰਾਸ਼ਚਿਤ ਬਾਰੇ ਪਰਮੇਸ਼ਵਰ ਦੀ ਇੱਛਾ ਜਾਣੀਏ। ਆਓ ਅਸੀਂ ਜ਼ਬੂਰਾਂ ਦੀ ਪੋਥੀ 7 ਉੱਤੇ ਜਾਈਏ। ਆਓ ਜ਼ਬੂਰਾਂ ਦੀ ਪੋਥੀ ਅਧਿਆਇ 7 ਵਚਨ 10 ਉੱਤੇ ਇੱਕ ਨਜ਼ਰ ਪਾਈਏ। ਮੇਰੀ ਢਾਲ ਪਰਮੇਸ਼ੁਰ ਦੇ ਕੋਲ ਹੈ, ਜਿਹੜਾ ਸਿੱਧ ਮਨਾਂ ਦਾ ਬਚਾਉਣ ਵਾਲਾ ਹੈ। ਪਰਮੇਸ਼ੁਰ ਸੱਚਾ ਨਿਆਂਕਾਰ ਹੈ। ਹਾਂ, ਇੱਕ ਪਰਮੇਸ਼ੁਰ ਜਿਹੜਾ ਰੋਜ਼ ਖਿਜਿਆ ਰਹਿੰਦਾ ਹੈ। ਜੇ ਮਨੁੱਖ ਨਾ ਮੁੜੇ ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ। ਉਹਨੇ ਆਪਣਾ ਧਨੁੱਖ ਝੁਕਾ ਕੇ ਤਿਆਰ ਕਰ ਛੱਡਿਆ ਹੈ। ਉਹਨੇ ਉਸ ਦੇ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ। ਉਹ ਆਪਣੇ ਤੀਰਾਂ ਨੂੰ ਅਗਨ ਬਾਣ ਬਣਾਉਂਦਾ ਹੈ। ਜੇ ਕੋਈ ਆਦਮੀ ਤੋਬਾ ਨਹੀਂ ਕਰਦਾ ਹੈ ਤਾਂ ਪਰਮੇਸ਼ਵਰ ਆਪਣੀ ਤਲਵਾਰ ਨੂੰ ਤਿੱਖੀ ਕਰਨਗੇ। ਅਸੀਂ ਸਵਰਗ ਵਿੱਚ ਪਾਪ ਕੀਤਾ ਅਤੇ ਇਸ ਧਰਤੀ ਉੱਤੇ ਕੱਢ ਦਿੱਤੇ ਗਏ। ਹਾਲਾਂਕਿ ਕਿਉਂਕਿ ਉਹ ਪਾਪੀ ਧਰਮੀ ਹੋਣ ਦਾ ਨਾਟਕ ਕਰਦੇ ਹੋਏ ਉੱਚਾ ਹੋਣਾ ਚਾਹੁੰਦੇ ਹਨ,
ਇਸ ਲਈ ਪਰਮੇਸ਼ਵਰ ਹਰ ਦਿਨ ਆਪਣਾ ਕ੍ਰੋਧ ਦਿਖਾਉਂਦੇ ਹਨ। ਇਹ ਵੀ ਲਿਖਿਆ ਹੈ ਕਿ ਜੇ ਕੋਈ ਮਨੁੱਖ ਤੋਬਾ ਨਹੀਂ ਕਰਦਾ ਤਾਂ ਪਰਮੇਸ਼ਵਰ ਆਪਣੀ ਤਲਵਾਰ ਨੂੰ ਤਿੱਖਾ ਕਰ ਦੇਣਗੇ ਅਤੇ ਆਪਣੀ ਕਮਾਨ ਕੱਢ ਕੇ ਤੀਰ ਚਲਾਉਣਗੇ। ਜ਼ਬੂਰਾਂ ਦੀ ਪੋਥੀ ਦੀ ਕਿਤਾਬ ਵਿੱਚ ਲਿਖਿਆ ਗਿਆ ਹੈ ਕਿ ਜੋ ਲੋਕ ਤੋਬਾ ਨਹੀਂ ਕਰਦੇ ਹਨ ਉਹਨਾਂ ਲਈ ਸਿਰਫ ਵਿਨਾਸ਼, ਮੌਤ ਅਤੇ ਡਰ ਹੋਵੇਗਾ। ਆਓ ਅਸੀਂ ਹਿਜਕੀਏਲ ਅਧਿਆਇ 18 ਉੱਤੇ ਇੱਕ ਨਜ਼ਰ ਪਾਈਏ। ਹਿਜਕੀਏਲ ਅਧਿਆਇ 18 ਵਚਨ 30। ਸੋ ਪ੍ਰਭ ਯਹੋਵਾ ਦਾ ਵਾਕ ਹੈ, ਹੇ ਇਸਰਾਏਲ ਦੇ ਘਰਾਣੇ, ਮੈਂ ਹਰ ਇੱਕ ਮਨੁੱਖ ਦਾ ਉਸ ਦੇ ਮਾਰਗ ਦੇ ਅਨੁਸਾਰ ਤੁਹਾਡਾ ਨਿਆਂ ਕਰਾਂਗਾ। ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਤੁਸੀਂ ਮੁੜੋ ਅਤੇ ਆਪਣੇ ਸਾਰੇ ਅਪਰਾਧਾਂ ਵੱਲੋਂ ਮੁੜ ਆਓ ਤਾਂ ਜੋ ਤੁਹਾਡੀ ਬਦੀ ਤੁਹਾਡੀ ਠੋਕਰ ਦਾ ਕਾਰਨ ਨਾ ਹੋਵੇ। ਪਰਮੇਸ਼ਵਰ ਸਾਨੂੰ ਕਹਿੰਦੇ ਹਨ ਅਸੀਂ ਪਾਪ ਵਿੱਚ ਨਾ ਰਹੀਏ, ਪਾਪੀ ਕੰਮ ਨਾ ਕਰਦੇ ਰਹੀਏ, ਪਰ ਜਲਦੀ ਹੀ ਪਾਪ ਤੋਂ ਦੂਰ ਹੋ ਜਾਈਏ। ਪਰਮੇਸ਼ਵਰ ਆਖਦੇ ਹਨ ਕਿ ਜੇ ਅਸੀਂ ਆਪਣੇ ਅਪਰਾਧਾਂ ਤੋਂ ਦੂਰ ਹੋ ਜਾਈਏ ਤਾਂ ਅਸੀਂ ਨਸ਼ਟ ਨਹੀਂ ਹੋਵਾਂਗੇ। ਆਓ ਅਸੀਂ ਲੂਕਾ ਦੀ ਕਿਤਾਬ ਅਧਿਆਇ 13 ਨਾਲ ਜਾਰੀ ਰੱਖੀਏ। ਲੂਕਾ ਅਧਿਆਇ 13 ਵਚਨ 2। ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਭਲਾ ਤੁਸੀਂ ਸਮਝਦੇ ਹੋ ਭਈ ਇਹ ਗਲੀਲੀ ਸਭਨਾਂ ਗਲੀਲੀਆਂ ਨਾਲੋਂ ਵੱਡੇ ਪਾਪੀ ਸਨ ਜੋ ਉਹਨਾਂ ਨੇ ਇਹ ਦੁੱਖ ਸਹੇ? ਮੈਂ ਤੁਹਾਨੂੰ ਆਖਦਾ ਹਾਂ, ਨਹੀਂ, ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰ੍ਹਾਂ ਕੀ ਹੋਵੇਗਾ? ਨਾਸ ਹੋ ਜਾਵੇਗਾ। ਸਾਰੇ ਲੋਕੋ ਸਭ ਤੋਂ ਮਹੱਤਵਪੂਰਨ ਸੰਦੇਸ਼ਾਂ ਵਿੱਚੋਂ ਇੱਕ ਜੋ ਪਰਮੇਸ਼ਵਰ ਨੇ ਪੁਰਾਣੇ ਨੇਮ ਅਤੇ ਨਵੇਂ ਨੇਮ ਵਿੱਚ ਮਨੁੱਖ ਜਾਤੀ ਨੂੰ ਦਿੱਤਾ, ਉਹ ਹੈ ਪ੍ਰਾਸ਼ਚਿਤ। ਪਰਮੇਸ਼ਵਰ ਨੇ ਕਿਹਾ, ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰ੍ਹਾਂ ਨਾਸ ਹੋ ਜਾਵੇਗਾ। ਅਸੀਂ ਇਸ ਧਰਤੀ ਤੇ ਕਿਉਂ ਆਏ? ਕੀ ਅਸੀਂ ਨਹੀਂ ਸਿੱਖਿਆ ਕਿ ਇਹ ਪਾਪ ਦੇ ਕਾਰਨ ਸੀ? ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਰਮੇਸ਼ਵਰ ਨੇ ਸਾਨੂੰ ਸਵਰਗ ਵਿੱਚ ਕੀਤੇ ਗਏ ਪਾਪਾਂ ਲਈ ਤੋਬਾ ਕਰਨ ਦਾ ਸਮਾਂ ਦਿੱਤਾ ਹੈ। ਹਾਲਾਂਕਿ ਅਸੀਂ ਇਸ ਬਾਰੇ ਪੂਰੀ ਤਰ੍ਹਾਂ ਭੁੱਲ ਜਾਂਦੇ ਹਾਂ ਅਤੇ ਪਾਪੀਆਂ ਦੇ ਰੂਪ ਵਿੱਚ ਤੋਬਾ ਕੀਤੇ ਬਿਨਾਂ ਉੱਚਾ ਹੋਣਾ ਚਾਹੁੰਦੇ ਹਾਂ, ਮੰਨੋ ਅਸੀਂ ਧਰਮੀ ਹਾਂ। ਅਸੀਂ ਇਸ ਨੂੰ ਸਮਝੇ ਬਿਨਾਂ ਆਪਣਾ ਜੀਵਨ ਜੀ ਰਹੇ ਹਾਂ। ਇਸੇ ਲਈ ਬਾਈਬਲ ਕਹਿੰਦੀ ਹੈ, ਉਹ ਹਰ ਰੋਜ਼ ਆਪਣਾ ਕ੍ਰੋਧ ਪ੍ਰਦਰਸ਼ਿਤ ਕਰਦਾ ਹੈ। ਇਹ ਸਾਡੇ ਪਾਪੀਆਂ ਕਾਰਨ ਹੈ। ਜਦੋਂ ਅਸੀਂ ਪਾਪੀ ਆਪਣੇ ਆਪ ਨੂੰ ਨਿਮਰ ਬਣਾਉਂਦੇ ਹਾਂ ਤਾਂ ਪਰਮੇਸ਼ਵਰ ਉਹਨਾਂ ਉੱਤੇ ਰਹਿਮ ਕਰ ਸਕਦੇ ਹਨ, ਪਰ ਉਹ ਇਸ ਤਰ੍ਹਾਂ ਰਹਿੰਦੇ ਹਨ ਜਿਵੇਂ ਉਹਨਾਂ ਨੇ ਕਦੇ ਪਾਪ ਨਹੀਂ ਕੀਤਾ ਹੋਵੇ, ਅਤੇ ਉਹ ਇਹ ਵੀ ਚਾਹੁੰਦੇ ਹਨ ਕਿ ਦੂਜੇ ਉਹਨਾਂ ਨਾਲ ਜ਼ਿਆਦਾ ਚੰਗਾ ਸਲੂਕ ਕਰਨ। ਇਸ ਲਈ ਪਰਮੇਸ਼ਵਰ ਸਾਨੂੰ ਇਹ ਸਬਕ ਦਿੰਦੇ ਹਨ, ਨਿਮਰ ਬਣੋ, ਇੱਕ ਸੇਵਕ ਵਾਂਗ ਬਣੋ, ਹਰੇਕ ਦੀ ਸੇਵਾ ਕਰੋ। ਤੁਰੀਆਂ ਦੇ ਪਰਬ ਦੁਆਰਾ ਸਾਨੂੰ ਸੱਚਾਈ ਦੇ ਇਹਨਾਂ ਵਚਨਾਂ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਸਾਰੇ ਲੋਕਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ, ਕਿਉਂਕਿ ਸਵਰਗ ਦਾ ਰਾਜ ਨੇੜੇ ਹੈ। ਇਸ ਲਈ ਸਾਨੂੰ ਤੋਬਾ ਦਾ ਜੀਵਨ ਜਿਉਣਾ ਚਾਹੀਦਾ ਹੈ। ਆਓ ਅਸੀਂ ਇਹ ਚੇਤਾਵਨੀ ਉਹਨਾਂ ਲੋਕਾਂ ਤੱਕ ਪਹੁੰਚਾਈਏ ਜੋ ਭੁੱਲ ਗਏ ਹਨ ਕਿ ਉਹ ਪਾਪੀ ਹਨ, ਤਾਂ ਜੋ ਉਹ ਤੋਬਾ ਕਰ ਸਕਣ ਅਤੇ ਬਚਾਏ ਜਾ ਸਕਣ। ਆਓ ਅਸੀਂ ਲੂਕਾ ਅਧਿਆਇ 5 ਵਚਨ 29 ਦੇਖੀਏ। ਅਰ ਲੇਵੀ ਨੇ ਆਪਣੇ ਘਰ ਉਸ ਦੀ ਖਾਤਰ ਵੱਡੀ ਦਾਉਦ ਕੀਤੀ, ਅਰ ਉੱਥੇ ਮਸੂਲਿਆਨ ਅਤੇ ਹੋਰਨਾਂ ਦੀ ਜੋ ਉਹਨਾਂ ਦੇ ਨਾਲ ਖਾਣ ਬੈਠੇ ਸਨ ਵੱਡੀ ਭੀੜ ਸੀ। ਫਰੀਸੀ ਅਰ ਉਹਨਾਂ ਦੇ ਗ੍ਰੰਥੀ ਉਸ ਦੇ ਚੇਲਿਆਂ ਉੱਤੇ ਬੋੜਬੜਾ ਕੇ ਕਹਿਣ ਲੱਗੇ, ਭਈ ਤੁਸੀਂ ਕਿਉਂ ਮਸੂਲਿਆਨ ਅਤੇ ਪਾਪੀਆਂ ਨਾਲ ਖਾਂਦੇ ਪੀਂਦੇ ਹੋ? ਯਿਸੂ ਨੇ ਉਹਨਾਂ ਉੱਤਰ ਦਿੱਤਾ ਕਿ ਨਵੇਂ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ। ਉਹ ਪਾਪੀਆਂ ਨੂੰ ਕਿਸ ਲਈ ਬੁਲਾਉਣ ਆਏ? ਤੋਬਾ ਦੇ ਲਈ ਬੁਲਾਉਣ ਆਇਆ ਹਾਂ। ਯਿਸੂ ਨੇ ਕਿਹਾ, ਮੈਂ ਪਾਪੀਆਂ ਨੂੰ ਤੋਬਾ ਕਰਨ ਲਈ ਬੁਲਾਉਣ ਆਇਆ ਹਾਂ। ਲੂਕਾ ਦੀ ਕਿਤਾਬ ਅਧਿਆਇ 19 ਵਿੱਚ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ ਕਿ ਉਹ ਸਾਨੂੰ ਬਚਾਉਣ ਲਈ ਆਏ ਹਨ। ਤੋਬਾ ਅਤੇ ਮੁਕਤੀ ਦਾ ਨੇੜਲਾ ਸਬੰਧ ਹੈ।
ਜਿਹੜੇ ਲੋਕ ਤੋਬਾ ਨਹੀਂ ਕਰਦੇ ਹਨ ਅਤੇ ਜਿਹੜੇ ਇਹ ਨਹੀਂ ਜਾਣਦੇ ਕਿ ਉਹ ਅਸਲ ਵਿੱਚ ਕੌਣ ਹਨ, ਉਹ ਕਦੇ ਵੀ ਪਰਮੇਸ਼ਵਰ ਦੀ ਮੁਕਤੀ ਵਿੱਚ ਹਿੱਸਾ ਨਹੀਂ ਲੈ ਸਕਦੇ, ਕਿਉਂਕਿ ਅਸੀਂ ਪਾਪੀ ਹਾਂ। ਇਸ ਲਈ ਪਰਮੇਸ਼ਵਰ ਸਾਨੂੰ ਆਪਣੇ ਆਪ ਨੂੰ ਨਿਮਰ ਬਣਾਉਣ ਅਤੇ ਦੂਜਿਆਂ ਦੀ ਸੇਵਾ ਕਰਨ ਲਈ ਕਹਿੰਦੇ ਹਨ, ਹੈ ਨਾ? ਇਸ ਦੁਨੀਆ ਵਿੱਚ ਮਾਤਾ-ਪਿਤਾ ਖੁਸ਼ ਹੋਣਗੇ ਜਦੋਂ ਉਹਨਾਂ ਦੀ ਸੰਤਾਨ ਦੂਜਿਆਂ ਨਾਲੋਂ ਨੀਵੇਂ ਨਾ ਹੋਵੇ ਤੇ ਰਹਿ ਕੇ ਉਹਨਾਂ ਦੀ ਸੇਵਾ ਕਰੇ। ਜੇਕਰ ਸਾਨੂੰ ਇਸ ਗੱਲ ਦੀ ਸਹੀ ਸਮਝ ਹੈ ਕਿ ਅਸੀਂ ਸਵਰਗ ਵਿੱਚ ਕੀ ਕੀਤਾ ਹੈ, ਤਾਂ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ਸਾਨੂੰ ਇਸ ਧਰਤੀ ਤੇ ਕਿਹੋ ਜਿਹਾ ਜੀਵਨ ਜਿਉਣਾ ਚਾਹੀਦਾ ਹੈ। ਇਸ ਤਰ੍ਹਾਂ ਅੱਜ ਦੇ ਇਸ ਪਲ ਤੋਂ ਵੀ ਸਾਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਹੈ। ਇਸ ਲਈ ਯਿਸੂ ਨੇ ਕਿਹਾ, ਮੈਂ ਧਰਮੀਆਂ ਨੂੰ ਨਹੀਂ, ਪਰ ਪਾਪੀਆਂ ਨੂੰ ਤੋਬਾ ਕਰਨ ਲਈ ਬੁਲਾਉਣ ਆਇਆ ਹਾਂ ਅਤੇ ਉਹਨਾਂ ਨੂੰ ਬਚਾਉਣ ਲਈ ਆਇਆ ਹਾਂ। ਸਾਰੇ ਲੋਕੋ, ਪਰਮੇਸ਼ਵਰ ਆਪਣੀਆਂ ਸੰਤਾਨਾਂ ਨੂੰ ਉੱਚੇ ਅਹੁਦੇ ਤੇ ਰੱਖ ਸਕਦੇ ਹਨ ਅਤੇ ਉਹਨਾਂ ਨੂੰ ਇੱਕ ਸੋਹਣਾ ਜੀਵਨ ਜਿਉਣ ਦੇ ਸਕਦੇ ਹਨ। ਫਿਰ ਉਹ ਕਿਉਂ ਚਾਹੁੰਦੇ ਹਨ ਕਿ ਅਸੀਂ ਸੇਵਕਾਂ ਦੇ ਰੂਪ ਵਿੱਚ ਨੀਵੇਂ ਅਹੁਦੇ ਤੇ ਰਹਿੰਦੇ ਹੋਏ ਇੱਕ ਨਿਮਰ ਜੀਵਨ ਬਤੀਤ ਕਰੀਏ? ਸਾਰੇ ਮਾਤਾ-ਪਿਤਾ ਚਾਹੁੰਦੇ ਹਨ ਕਿ ਉਹਨਾਂ ਦੀ ਸੰਤਾਨ ਦੂਜਿਆਂ ਦੁਆਰਾ ਪ੍ਰਸ਼ੰਸਾ ਪ੍ਰਾਪਤ ਕਰੇ, ਪਰ ਪਰਮੇਸ਼ਵਰ ਚਾਹੁੰਦੇ ਹਨ ਕਿ ਅਸੀਂ ਨਿਮਰ ਬਣੀਏ। ਇਸ ਸਭ ਦੇ ਪਿੱਛੇ ਉਹਨਾਂ ਦੀ ਮਰਜ਼ੀ ਕੀ ਹੈ? ਅਜਿਹਾ ਇਸ ਲਈ ਹੈ ਕਿਉਂਕਿ ਸਾਨੂੰ ਇਹ ਨਾ ਭੁੱਲਦੇ ਹੋਏ ਹਰ ਰੋਜ਼ ਪਛਤਾਤਾਪ ਦਾ ਜੀਵਨ ਜਿਉਣਾ ਚਾਹੀਦਾ ਹੈ ਕਿ ਅਸੀਂ ਇਸ ਧਰਤੀ ਤੇ ਇਸ ਲਈ ਆਏ ਕਿਉਂਕਿ ਅਸੀਂ ਸਵਰਗ ਵਿੱਚ ਪਾਪ ਕੀਤਾ ਹੈ। ਅਸੀਂ ਸਾਰੇ ਪਾਪੀ ਹਾਂ। ਭਾਵੇਂ ਅਸੀਂ ਸੀਯੋਨ ਵਿੱਚ ਬਪਤਿਸਮਾ ਲਿਆ ਹੈ, ਫਿਰ ਵੀ ਅਸੀਂ ਆਪਣੇ ਆਪ ਨੂੰ ਧਰਮੀ ਅਤੇ ਦੂਜਿਆਂ ਨਾਲੋਂ ਉੱਤਮ ਸਮਝਦੇ ਹਾਂ। ਜਦੋਂ ਇੱਕ ਪਾਪੀ ਵਾਂਗ ਜੀਵਨ ਜਿਉਂਦਾ ਹੈ, ਤਾਂ ਦੂਸਰੇ ਉਸ ਨੂੰ ਦਇਆ ਦੀ ਨਜ਼ਰ ਨਾਲ ਦੇਖਦੇ ਹਨ ਅਤੇ ਉਸ ਉੱਤੇ ਤਰਸ ਕਰਦੇ ਹਨ। ਹਾਲਾਂਕਿ ਕਿਉਂਕਿ ਪਾਪੀ ਇਸ ਤਰ੍ਹਾਂ ਜਿਉਂਦੇ ਹਨ ਜਿਵੇਂ ਕਿ ਉਹਨਾਂ ਨੇ ਪਾਪ ਨਹੀਂ ਕੀਤਾ, ਇਸ ਲਈ ਪਰਮੇਸ਼ਵਰ ਕਹਿੰਦੇ ਹਨ, ਮੈਂ ਹਰ ਰੋਜ਼ ਕਰੋਧ ਕਰਦਾ ਹਾਂ। ਇਹ ਜ਼ਬੂਰਾਂ ਦੀ ਪੋਥੀ ਅਧਿਆਇ 7 ਵਿੱਚ ਲਿਖਿਆ ਗਿਆ ਹੈ। ਕੀ ਸਾਨੂੰ ਅਜਿਹੀ ਜੀਵਨ ਸ਼ੈਲੀ ਨੂੰ ਦੂਰ ਨਹੀਂ ਕਰਨਾ ਚਾਹੀਦਾ? ਅੱਜ ਦੇ ਇਸ ਪਲ ਤੋਂ ਸਾਨੂੰ ਪਹਿਲਾਂ ਇਹ ਸੋਚਣਾ ਚਾਹੀਦਾ ਹੈ, ਅਸੀਂ ਇਸ ਧਰਤੀ ਤੇ ਕਿਉਂ ਆਏ? ਫਿਰ ਅਸੀਂ ਆਪਣੇ ਆਪ ਨੂੰ ਨਿਮਰ ਬਣਾ ਸਕਦੇ ਹਾਂ। ਅਸੀਂ ਆਪਣੇ ਆਪ ਨੂੰ ਯਾਦ ਕਰਾ ਸਕਦੇ ਹਾਂ ਕਿ ਅਸੀਂ ਪਾਪੀ ਹਾਂ ਅਤੇ ਹਮੇਸ਼ਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਹੋਏ ਕਹਿ ਸਕਦੇ ਹਾਂ, ਮੈਂ ਇਸ ਲਈ ਵੀ ਸ਼ੁਕਰਗੁਜ਼ਾਰ ਹਾਂ। ਆਓ ਅਸੀਂ ਰਸੂਲ ਦੇ ਕਰਤੱਵ ਅਧਿਆਇ 2 ਦੀ ਕਿਤਾਬ ਉੱਤੇ ਇੱਕ ਨਜ਼ਰ ਮਾਰੀਏ। ਰਸੂਲ ਦੇ ਕਰਤੱਵ ਅਧਿਆਇ 2 ਆਇਤ 37। ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਛਿੱਤ ਗਏ ਅਤੇ ਪਤਰਸ ਅਰ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਹੇ ਭਾਈਓ, ਅਸੀਂ ਕੀ ਕਰੀਏ? ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਰਸੂਲ ਪਤਰਸ ਦੁਆਰਾ ਜੋ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੋਇਆ ਸੀ, ਪਰਮੇਸ਼ਵਰ ਸਾਰੀ ਮਨੁੱਖਜਾਤੀ ਨੂੰ ਇਹ ਸੰਦੇਸ਼ ਦੇ ਰਹੇ ਹਨ, ਜਦੋਂ ਅਸੀਂ ਤੋਬਾ ਕਰਦੇ ਹਾਂ ਤਦ ਅਸੀਂ ਪਾਪਾਂ ਦੀ ਮਾਫੀ ਅਤੇ ਪਵਿੱਤਰ ਆਤਮਾ ਦੀ ਕੀਮਤੀ ਕਿਰਪਾ ਪ੍ਰਾਪਤ ਕਰਾਂਗੇ। ਸਾਰੇ ਲੋਕੋ, ਜੇਕਰ ਅਸੀਂ ਨਹੀਂ ਜਾਣਦੇ ਕਿ ਅਸੀਂ ਕੌਣ ਹਾਂ, ਤਦ ਅਸੀਂ ਤੋਬਾ ਨਹੀਂ ਕਰ ਸਕਦੇ। ਜੇਕਰ ਅਸੀਂ ਇਹ ਸੋਚ ਕੇ ਇੱਕ ਹੰਕਾਰੀ ਮਨ ਨਾਲ ਜਿਉਂਦੇ ਹਾਂ, ਅਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ, ਸਵਰਗ ਵਿੱਚ ਰਾਜਕੁਮਾਰ ਅਤੇ ਰਾਜਕੁਮਾਰੀ ਸੀ, ਅਤੇ ਆਪਣਾ ਸਿਰ ਉੱਚਾ ਰੱਖੀਏ, ਤਦ ਪਰਮੇਸ਼ਵਰ ਜਦੋਂ ਨੀਚੇ ਦੇਖਣਗੇ ਤਦ ਉਹ ਕੀ ਕਹਿਣਗੇ? ਉਹ ਆਪਣੇ ਪਾਪਾਂ ਨੂੰ ਨਹੀਂ ਜਾਣਦੇ, ਉਹ ਅਜੇ ਵੀ ਨਾ ਸਮਝ ਹਨ। ਸਾਨੂੰ ਪਰਮੇਸ਼ਵਰ ਨੂੰ ਆਪਣੇ ਉੱਤੇ ਗੁੱਸਾ ਪ੍ਰਗਟ ਨਹੀਂ ਕਰਨ ਦੇਣਾ ਚਾਹੀਦਾ। ਪਰਮੇਸ਼ਵਰ ਦਿਆਲੂ, ਕਿਰਪਾਲੂ ਅਤੇ ਕੋਮਲ ਹਨ। ਇਸ ਲਈ ਬਾਈਬਲ ਸਾਨੂੰ ਇਹ ਸਬਕ ਸਮਝਾਉਂਦੀ ਹੈ, ਇੱਕ ਦੂਜੇ ਦੀ ਸੇਵਾ ਕਰੋ, ਇੱਕ ਦੂਜੇ ਨੂੰ ਮਾਫ ਕਰੋ, ਕਿਉਂਕਿ ਪਰਮੇਸ਼ਵਰ ਨੇ ਸਾਡੇ ਵੱਡੇ ਪਾਪਾਂ ਨੂੰ ਮਾਫ ਕਰ ਦਿੱਤਾ ਹੈ, ਇਸ ਲਈ ਸਾਨੂੰ ਦੂਜਿਆਂ ਨੂੰ ਮਾਫ ਕਰਨਾ ਚਾਹੀਦਾ ਹੈ। ਇਸੇ ਕਰਕੇ ਰਸੂਲਾਂ ਦੇ ਕਰਤੱਵ ਦੀ ਕਿਤਾਬ ਅਧਿਆਇ 2 ਵੀ ਤੋਬਾ ਕਰਨ ਤੇ ਜ਼ੋਰ ਦਿੰਦਾ ਹੈ।
ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 26 ਉੱਤੇ ਜਾਈਏ। ਰਸੂਲਾਂ ਦੇ ਕਰਤੱਵ ਅਧਿਆਇ 26 ਆਇਤ 18। ਤਾਂ ਜੋ ਤੂੰ ਉਹਨਾਂ ਦੀਆਂ ਅੱਖਾਂ ਨੂੰ ਖੋਲ ਦੇਵੇ ਪਈ ਉਹ ਹਨੇਰੇ ਤੋਂ ਚਾਨਣ ਦੀ ਵੱਲ ਅਤੇ ਸ਼ੈਤਾਨ ਦੇ ਵਸ ਤੋਂ ਪਰਮੇਸ਼ੁਰ ਦੀ ਵੱਲ ਮੁੜਨ ਕਿ ਉਹ ਪਾਪਾਂ ਦੀ ਮਾਫੀ ਅਤੇ ਉਹਨਾਂ ਵਿੱਚ ਜੋ ਮੇਰੇ ਉੱਤੇ ਨਿਹਚਾ ਕਰਕੇ ਪਵਿੱਤਰ ਹੋਏ ਹਨ ਵਿਰਸਾ ਪਾਉਣ। ਸੋ ਹੇ ਰਾਜਾ ਅਗਰਿਪਾ, ਮੈਂ ਉਸ ਸੁਰਗੀ ਦਰਸ਼ਨ ਤੋਂ ਬੇਮੁਖ ਨਾ ਹੋਇਆ, ਸਗੋਂ ਪਹਿਲਾਂ ਦਮਿਸ਼ਕ ਦੇ ਰਹਿਣ ਵਾਲਿਆਂ ਨੂੰ ਅਤੇ ਯਰੂਸ਼ਲਮ ਅਤੇ ਸਾਰੇ ਯਹੂਦੀਆ ਦੇਸ਼ ਵਿੱਚ ਅਤੇ ਪਰਾਈਆਂ ਕੌਮਾਂ ਨੂੰ ਵੀ ਉਪਦੇਸ਼ ਕੀਤਾ ਪਈ ਤੋਬਾ ਕਰੋ ਅਤੇ ਪਰਮੇਸ਼ੁਰ ਦੀ ਵੱਲ ਮੁੜੋ ਅਤੇ ਤੋਬਾ ਦੇ ਲਾਇਕ ਕੰਮ ਕਰੋ। ਰਸੂਲ ਪੌਲੁਸ ਜਿੱਥੇ ਵੀ ਗਿਆ ਉਸਨੇ ਪ੍ਰਚਾਰ ਕੀਤਾ, ਤੁਹਾਨੂੰ ਆਪਣੇ ਕੰਮਾਂ ਦੁਆਰਾ ਆਪਣਾ ਪ੍ਰਾਸ਼ਚਿਤ ਦਿਖਾਉਣਾ ਚਾਹੀਦਾ ਹੈ। ਉਸਨੇ ਲੋਕਾਂ ਨੂੰ ਪ੍ਰਚਾਰ ਕੀਤਾ ਤਾਂ ਜੋ ਉਹ ਤੋਬਾ ਕਰ ਸਕਣ। ਪਰਮੇਸ਼ਵਰ ਉਹਨਾਂ ਲੋਕਾਂ ਨੂੰ ਚੇਤਾਵਨੀ ਦਿੰਦੇ ਹਨ ਜੋ ਤੋਬਾ ਦਾ ਸੰਦੇਸ਼ ਨਹੀਂ ਸੁਣਦੇ। ਹਾਲਾਂਕਿ ਕੁਝ ਲੋਕ ਅਜੇ ਵੀ ਆਸਾਨੀ ਨਾਲ ਕਹਿੰਦੇ ਹਨ, ਮੈਨੂੰ ਨਰਕ ਵਿੱਚ ਜਾਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਇਸ ਲਈ ਪਰਮੇਸ਼ਵਰ ਉਹਨਾਂ ਨੂੰ ਇੱਕ ਹੋਰ ਚੇਤਾਵਨੀ ਦਿੰਦੇ ਹਨ। ਆਓ ਅਸੀਂ ਰੋਮੀਆਂ ਅਧਿਆਇ 2 ਆਇਤ 5 ਨੂੰ ਦੇਖੀਏ। ਆਓ ਅਧਿਆਇ 2 ਆਇਤ 5 ਨੂੰ ਦੇਖੀਏ। ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮਨ ਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਪਰਮੇਸ਼ੁਰ ਦਾ ਕਰੋਧ ਅਤੇ ਸੱਚਾ ਨਿਆਂ ਪ੍ਰਗਟ ਹੋਵੇਗਾ ਆਪਣੇ ਲਈ ਕਰੋਧ ਇਕੱਠਾ ਕਰੀ ਜਾਂਦਾ ਹੈ। ਉਹ ਹਰੇਕ ਨੂੰ ਉਹਦੀਆਂ ਕਰਨੀਆਂ ਦੇ ਅਨੁਸਾਰ ਫਲ ਦੇਵੇਗਾ। ਜਿਹੜੇ ਸ਼ੁਭ ਕਰਮਾਂ ਵਿੱਚ ਦ੍ਰਿੜ ਹੋ ਕੇ ਮਹਿਮਾ, ਆਦਰ ਅਤੇ ਅਬਨਾਸ਼ ਨੂੰ ਭਾਲਦੇ ਹਨ ਉਹ ਉਹਨਾਂ ਨੂੰ ਸਦੀਪਕ ਜੀਵਨ ਦੇਵੇਗਾ। ਪਰ ਜਿਹੜੇ ਆਕੀ ਹਨ ਅਰ ਸਤ ਨੂੰ ਨਹੀਂ ਮੰਨਦੇ ਸਗੋਂ ਕੁਧਰਮ ਨੂੰ ਮੰਨਦੇ ਹਨ ਉਹਨਾਂ ਉੱਤੇ ਗੁੱਸਾ ਅਤੇ ਕਰੋਧ ਹੋਵੇਗਾ। ਬਿਪਤਾ ਅਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ ਜਿਹੜਾ ਬੁਰਿਆਈ ਕਰਦਾ ਹੈ, ਪਹਿਲਾਂ ਯਹੂਦੀ ਫਿਰ ਯੂਨਾਨੀ ਉੱਤੇ, ਪਰ ਹਰੇਕ ਨੂੰ ਜਿਹੜਾ ਭਲਾਈ ਕਰਦਾ ਹੈ ਮਹਿਮਾ, ਆਦਰ ਅਤੇ ਸ਼ਾਂਤ ਪ੍ਰਾਪਤ ਹੋਵੇਗੀ, ਪਹਿਲਾਂ ਯਹੂਦੀ ਨੂੰ ਫਿਰ ਯੂਨਾਨੀ ਨੂੰ। ਪਰਮੇਸ਼ੁਰ ਦੇ ਹਜ਼ੂਰ ਤਾਂ ਕਿਸੇ ਦਾ ਪੱਖਪਾਤ ਨਹੀਂ ਹੁੰਦਾ। ਇਹ ਵਚਨ 5 ਵਿੱਚ ਲਿਖਿਆ ਗਿਆ ਹੈ, ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮਨ ਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਪਰਮੇਸ਼ੁਰ ਦਾ ਕਰੋਧ ਅਤੇ ਸੱਚਾ ਨਿਆਂ ਪ੍ਰਗਟ ਹੋਵੇਗਾ ਆਪਣੇ ਲਈ ਕਰੋਧ ਇਕੱਠਾ ਕਰੀ ਜਾਂਦਾ ਹੈ। ਸਾਰੇ ਲੋਕੋ, ਅਸੀਂ ਸਵਰਗ ਦੇ ਪਾਪੀ ਹਾਂ। ਸਾਨੂੰ ਸਵਰਗ ਵਿੱਚੋਂ ਕਿਉਂ ਕੱਢਿਆ ਗਿਆ ਸੀ? ਵਿਆਪਕ ਅਰਥਾਂ ਵਿੱਚ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੀ ਉਲੰਘਣਾ ਕੀਤੀ। ਅਸੀਂ ਸ਼ੈਤਾਨ ਦੀਆਂ ਗੱਲਾਂ ਸੁਣੀਆਂ, ਪਰਮੇਸ਼ਵਰ ਦੀ ਮਰਜ਼ੀ ਦੀ ਅਣਆਗਿਆਕਾਰੀ ਕੀਤੀ ਅਤੇ ਇਸ ਧਰਤੀ ਉੱਤੇ ਕੱਢ ਦਿੱਤੇ ਗਏ। ਪਰਮੇਸ਼ਵਰ ਨੇ ਇੱਕ ਵਾਰ ਫਿਰ ਸਾਰੀ ਮਨੁੱਖ ਜਾਤੀ ਨੂੰ ਆਪਣਾ ਮਹਾਨ ਹੁਕਮ ਦਿੱਤਾ ਹੈ ਅਤੇ ਉਹ ਉਹਨਾਂ ਦੇ ਹੁਕਮ ਦੀ ਪਾਲਣਾ ਕਰਨ ਵਾਲਿਆਂ ਨੂੰ ਤੋਬਾ ਕਰਨ ਵਾਲਿਆਂ ਵਜੋਂ ਸਵੀਕਾਰ ਕਰਦੇ ਹਨ ਅਤੇ ਹੁਣ ਸਾਰੀ ਮਨੁੱਖ ਜਾਤੀ ਨੂੰ ਨਵਾਂ ਨੇਮ ਕਹੀ ਜਾਣ ਵਾਲੀ ਸੱਚਾਈ ਦੇ ਮਾਰਗ ਵੱਲ ਬੁਲਾ ਰਹੇ ਹਨ। ਜਿਹੜੇ ਨਵੇਂ ਨੇਮ ਦੀ ਸੱਚਾਈ ਵਿੱਚ ਆਏ ਹਨ ਉਹ ਹਨ ਜੋ ਪਰਮੇਸ਼ਵਰ ਦੀ ਇੱਛਾ ਦੀ ਪਾਲਣਾ ਕਰਦੇ ਹਨ। ਕੀ ਇਹ ਪ੍ਰਕਾਸ਼ ਦੀ ਪੋਥੀ ਅਧਿਆਇ 14 ਵਿੱਚ ਨਹੀਂ ਲਿਖਿਆ ਗਿਆ ਹੈ ਕਿ ਜਿਹੜੇ ਲੋਕ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਦੇ ਹਨ ਉਹ ਬਚਾਏ ਜਾਣਗੇ? ਦੁਨੀਆ ਅਜਿਹੇ ਲੋਕਾਂ ਨਾਲ ਭਰੀ ਹੋਈ ਹੈ ਜਿਨ੍ਹਾਂ ਨੇ ਤੋਬਾ ਨਹੀਂ ਕੀਤੀ ਹੈ। ਇਸ ਲਈ ਸਾਨੂੰ ਹੁਣ ਸਾਰੇ ਸੰਸਾਰ ਨੂੰ ਕਹਿਣਾ ਚਾਹੀਦਾ ਹੈ, ਸਵਰਗੀ ਪਿਤਾ ਅਤੇ ਸਵਰਗੀ ਮਾਤਾ ਕੋਲ ਵਾਪਸ ਆਓ, ਕਿਉਂਕਿ ਅਸੀਂ ਸਵਰਗ ਤੋਂ ਪਾਪੀ ਹਾਂ। ਇਸ ਲਈ ਪਰਮੇਸ਼ਵਰ ਕਹਿੰਦੇ ਹਨ ਕਿ ਸਾਨੂੰ ਨਿਮਰ ਬਣਨਾ ਚਾਹੀਦਾ ਅਤੇ ਦੂਜਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਸਾਡੇ ਲਈ ਪਰਮੇਸ਼ਵਰ ਦੀ ਇੱਛਾ ਹੈ ਕਿ ਅਸੀਂ ਦੁਨੀਆ ਨੂੰ ਦੱਸੀਏ ਕਿ ਪਾਪੀਆਂ ਲਈ ਤੋਬਾ ਕਰਨਾ ਜੀਵਨ ਦਾ ਸਭ ਤੋਂ ਮਹੱਤਵਪੂਰਨ ਤਰੀਕਾ ਹੈ ਅਤੇ ਉਹ ਫਰਜ਼ ਹੈ ਜੋ ਸਾਨੂੰ ਨਿਭਾਉਣਾ ਚਾਹੀਦਾ ਹੈ। ਆਓ ਅਸੀਂ ਮੱਤੀ ਅਧਿਆਇ 28 ਵਚਨ 18 ਨੂੰ ਦੇਖੀਏ। ਮੱਤੀ ਅਧਿਆਇ 28 ਵਚਨ 18। ਅਤੇ ਯਿਸੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸਾਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਪਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਜੇਕਰ ਅਸੀਂ ਮੱਤੀ ਅਧਿਆਇ 28 ਤੇ ਡੂੰਘਾਈ ਨਾਲ ਨਜ਼ਰ ਮਾਰੀਏ, ਤਦ ਉਹਨਾਂ ਨੇ ਜ਼ਿਕਰ ਕੀਤਾ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।
ਇਹਨਾਂ ਦਾ ਪਾਲਣ ਸਿਰਫ ਉਹੀ ਕਰ ਸਕਦੇ ਹਨ ਜੋ ਪ੍ਰਾਸ਼ਚਿਤ ਕਰਦੇ ਹਨ। ਬਪਤਿਸਮੇ ਤੋਂ ਸ਼ੁਰੂ ਕਰਦੇ ਹੋਏ ਸਾਨੂੰ ਨਵੇਂ ਨਾਮ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਨਵੇਂ ਯਰੂਸ਼ਲਮ ਨੂੰ ਸਵੀਕਾਰ ਕਰਨਾ ਚਾਹੀਦਾ ਹੈ, ਨਵੇਂ ਨੇਮ ਦੇ 3 ਵਾਰ ਵਿੱਚ 7 ਪਰਬਾਂ ਨੂੰ ਮਨਾਉਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੀਆਂ ਸਾਰੀਆਂ ਸਿੱਖਿਆਵਾਂ ਪ੍ਰਤੀ ਆਗਿਆਕਾਰੀਤਾ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ। ਕੀ ਕੋਈ ਅਜਿਹੀ ਚੀਜ਼ ਹੈ ਜੋ ਬਿਨਾਂ ਪ੍ਰਾਸ਼ਚਿਤ ਦੇ ਕੀਤੀ ਜਾ ਸਕਦੀ ਹੈ? ਅਸੀਂ ਉਸ ਰਸਤੇ ਤੇ ਉਦੋਂ ਹੀ ਚੱਲ ਸਕਦੇ ਹਾਂ ਜਦੋਂ ਅਸੀਂ ਪ੍ਰਾਸ਼ਚਿਤ ਕਰੀਏ। ਸਾਨੂੰ ਤੁਰੀ ਵਜਾਉਣ ਦੇ ਪਰਬ ਨੂੰ ਸਿਰਫ ਸਾਲਾਨਾ ਸਮਾਗਮ ਵਜੋਂ ਨਹੀਂ ਮਨਾਉਣਾ ਚਾਹੀਦਾ, ਪਰ ਸਾਨੂੰ ਇਹ ਸੋਚਣਾ ਚਾਹੀਦਾ ਹੈ, ਸੁਭਾਅ ਤੋਂ ਹੀ ਅਸੀਂ ਕੌਣ ਹਾਂ? ਮੈਂ ਕੌਣ ਹਾਂ? ਮੈਂ ਇਸ ਧਰਤੀ ਤੇ ਕਿਉਂ ਆਇਆ? ਇਸ ਧਰਤੀ ਨੂੰ ਛੱਡ ਕੇ ਮੈਂ ਕਿੱਥੇ ਜਾਵਾਂਗਾ? ਆਓ ਅਸੀਂ ਇਹਨਾਂ ਸਾਰੇ ਮਾਮਲਿਆਂ ਤੇ ਗੰਭੀਰਤਾ ਨਾਲ ਵਿਚਾਰ ਕਰੀਏ ਅਤੇ ਹੁਣ ਤੋਂ ਸਾਨੂੰ ਦੂਜਿਆਂ ਦੁਆਰਾ ਸੇਵਾ ਕੀਤੇ ਜਾਣ ਦੀ ਆਪਣੀ ਇੱਛਾ ਛੱਡ ਦੇਣੀ ਚਾਹੀਦੀ ਹੈ। ਸਾਨੂੰ ਕਹਿਣਾ ਚਾਹੀਦਾ ਹੈ, ਮੈਂ ਸੁਵਰਗ ਵਿੱਚ ਪਾਪ ਕਰਕੇ ਇਸ ਧਰਤੀ ਉੱਤੇ ਆਇਆ, ਇਸ ਲਈ ਇਹ ਇੱਕ ਬਹੁਤ ਵੱਡੀ ਆਸ਼ੀਸ਼ ਹੈ ਕਿ ਤੁਸੀਂ ਮੈਨੂੰ ਇਹਨਾਂ ਕੰਮ ਕਰਨ ਦੀ ਇਜਾਜ਼ਤ ਦਿੱਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜੇ ਲੋਕ ਇਹ ਮਹਿਸੂਸ ਨਹੀਂ ਕਰਦੇ ਕਿ ਉਹ ਪਾਪੀ ਹਨ, ਉਹ ਕਦੇ ਵੀ ਸਾਰੇ ਹਾਲਾਤਾਂ ਵਿੱਚ ਧੰਨਵਾਦ ਨਹੀਂ ਕਰ ਸਕਦੇ। ਹਰ ਚੀਜ਼ ਅਸੰਤੁਸ਼ਟੀ ਨਾਲ ਭਰੀ ਹੋਵੇਗੀ। ਕੀ ਉਹ ਨਹੀਂ ਜਾਣਦਾ ਕਿ ਮੈਂ ਕੌਣ ਹਾਂ? ਉਹ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਿਵੇਂ ਕਰ ਸਕਦਾ ਹੈ? ਅਜਿਹਾ ਸੋਚਣ ਤੋਂ ਪਹਿਲਾਂ ਕਿਰਪਾ ਕਰਕੇ ਧਿਆਨ ਨਾਲ ਸੋਚੋ ਕਿ ਅਸੀਂ ਕੌਣ ਹਾਂ। ਅਸੀਂ ਕੌਣ ਸੀ? ਮੈਂ ਇੱਕ ਪਾਪੀ ਸੀ, ਇਸ ਲਈ ਮੈਂ ਸ਼ੁਕਰਗੁਜ਼ਾਰ ਹਾਂ ਭਾਵੇਂ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪਰਮੇਸ਼ਵਰ ਮੈਨੂੰ ਸੁਵਰਗ ਵੀ ਲੈ ਜਾਂਦੇ ਹਨ। ਜੇਕਰ ਅਸੀਂ ਇਸ ਮਾਨਸਿਕਤਾ ਨਾਲ ਵਿਸ਼ਵਾਸ ਦਾ ਜੀਵਨ ਬਤੀਤ ਕਰਦੇ ਹਾਂ, ਤਦ ਅਸੀਂ ਹਰ ਰੋਜ਼ ਕਿਰਪਾ ਦੇ ਰਾਜ ਦਾ ਅਨੁਭਵ ਕਰਾਂਗੇ। ਅਸੀਂ ਹਰ ਰੋਜ਼ ਆਨੰਦ ਨਾਲ ਭਰ ਜਾਵਾਂਗੇ ਅਤੇ ਸੁਵਰਗ ਦੇ ਸਦੀਪਕ ਰਾਜ ਵਿੱਚ ਦਾਖਲ ਹੋਣ ਤੱਕ ਬਿਨਾਂ ਕਿਸੇ ਤਣਾਅ ਦੇ ਜੀਵਾਂਗੇ। ਲੋਕਾਂ ਦੇ ਹਮੇਸ਼ਾ ਅਸੰਤੁਸ਼ਟ ਰਹਿਣ ਦਾ ਇੱਕ ਕਾਰਨ ਇਹ ਹੈ ਕਿ ਉਹ ਨਹੀਂ ਜਾਣਦੇ ਕਿ ਉਹ ਕੌਣ ਹਨ ਅਤੇ ਹੁਣ ਤੱਕ ਵੀ ਉਹਨਾਂ ਕੋਲ ਤੋਬਾ ਨਾ ਕਰਨ ਦਾ ਦਿਲ ਹੈ। ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਸਾਨੂੰ ਹੁਣ ਇਸ ਤਰ੍ਹਾਂ ਦਾ ਜੀਵਨ ਮਿਲਿਆ ਹੈ। ਇਸ ਗਰਮੀ ਵਿੱਚ ਤੁਸੀਂ ਪਹਿਲੀ ਵਾਰ ਇੰਨੀ ਲੰਬੀ ਗਰਮੀ ਦਾ ਅਨੁਭਵ ਕੀਤਾ ਹੋਵੇਗਾ। ਕੀ ਤੁਸੀਂ ਕਦੇ ਅਜਿਹੀ ਤੇਜ਼ ਗਰਮੀ ਦਾ ਅਨੁਭਵ ਕੀਤਾ ਹੈ? ਇਹ 170 ਸਾਲਾਂ ਵਿੱਚ ਪਹਿਲੀ ਵਾਰ ਬਹੁਤ ਭਿਆਨਕ ਗਰਮੀ ਸੀ। ਅਜੇ ਕੁਝ ਮਹੀਨੇ ਹੀ ਹੋਏ ਹਨ, ਪਰ ਇਹ ਬਹੁਤ ਦਰਦਨਾਕ ਸੀ। ਫਿਰ ਕਿਰਪਾ ਕਰਕੇ ਨਰਕ ਬਾਰੇ ਸੋਚੋ। ਉਹ ਸਦਾ ਲਈ ਰਹਿੰਦਾ ਹੈ। ਸਾਨੂੰ ਉੱਥੋਂ ਬਚਾਉਣ ਲਈ ਪਰਮੇਸ਼ਵਰ ਧਰਤੀ ਤੇ ਆਏ ਅਤੇ ਭਾਵੇਂ ਉਹ ਮਨੁੱਖਤਾ ਦੁਆਰਾ ਸਨਮਾਨਿਤ ਹੋਣ ਦੇ ਹੱਕਦਾਰ ਹਨ, ਉਹਨਾਂ ਨੇ ਸਾਡੇ ਲਈ ਸਲੀਬ ਦਾ ਰਸਤਾ ਚੁਣਿਆ ਅਤੇ ਸਾਨੂੰ ਬਚਾਉਣ ਲਈ ਆਪਣੇ ਆਪ ਨੂੰ ਬਲੀਦਾਨ ਕੀਤਾ। ਜਦੋਂ ਅਸੀਂ ਉਹਨਾਂ ਦੇ ਬਲੀਦਾਨ ਭਰੇ ਜੀਵਨ ਬਾਰੇ ਸੋਚਦੇ ਹਾਂ, ਤਦ ਸਾਨੂੰ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਸਾਨੂੰ ਤੁਰੀ ਵਜਾਉਣ ਦੇ ਪਰਬ ਦੇ ਜ਼ਰੀਏ ਕਿਹੋ ਜਿਹਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਜਦੋਂ ਤੱਕ ਅਸੀਂ ਪੂਰੀ ਤਰ੍ਹਾਂ ਨਾਲ ਮਹਿਸੂਸ ਨਹੀਂ ਕਰਦੇ ਕਿ ਅਸੀਂ ਸਵਰਗ ਤੋਂ ਪਾਪੀ ਹਾਂ, ਉਦੋਂ ਤੱਕ ਪਰਮੇਸ਼ਵਰ ਦੀ ਕੋਈ ਵੀ ਸਿੱਖਿਆ ਸਾਡੇ ਦਿਲਾਂ ਨੂੰ ਨਹੀਂ ਛੂ ਸਕਦੀ। ਅਸੀਂ ਸ਼ਾਇਦ ਇਹ ਸੋਚ ਸਕਦੇ ਹਾਂ, ਪਰਮੇਸ਼ਵਰ ਨੇ ਸਾਨੂੰ ਬਹੁਤ ਸ਼ਾਨਦਾਰ ਵਚਨ ਦਿੱਤਾ ਹੈ। ਕਿਉਂਕਿ ਅਸੀਂ ਇਹ ਨਹੀਂ ਸਮਝਦੇ ਹਾਂ ਸਾਨੂੰ ਇਹਨਾਂ ਨੂੰ ਅਮਲ ਵਿੱਚ ਕਿਉਂ ਲਿਆਉਣਾ ਚਾਹੀਦਾ ਹੈ ਅਤੇ ਸਾਨੂੰ ਇਸ ਤਰ੍ਹਾਂ ਦਾ ਜੀਵਨ ਕਿਉਂ ਜਿਉਣਾ ਚਾਹੀਦਾ ਹੈ। ਇਸ ਲਈ ਸਭ ਕੁਝ ਮੁਸ਼ਕਿਲ ਹੋ ਜਾਵੇਗਾ। ਯਤਨ ਕਰਨਾ ਬਹੁਤ ਦੁਖਦਾਈ ਹੋ ਜਾਵੇਗਾ। ਅਸੀਂ ਖੁਸ਼ ਨਹੀਂ ਹੋਵਾਂਗੇ। ਸਾਨੂੰ ਸੋਚਣਾ ਚਾਹੀਦਾ ਹੈ, ਮੈਂ ਇੱਕ ਪਾਪੀ ਹਾਂ ਜਿਸ ਨੂੰ ਇਸ ਤੋਂ ਵੀ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ ਅਤੇ ਮੈਂ ਇਸ ਤੋਂ ਵੱਡੀ ਸਜ਼ਾ ਦਾ ਹੱਕਦਾਰ ਹਾਂ। ਫਿਰ ਵੀ ਪਰਮੇਸ਼ਵਰ ਮੈਨੂੰ ਅਜਿਹੀ ਆਰਾਮਦਾਇਕ ਜ਼ਿੰਦਗੀ ਜੀਣ ਦੀ ਇਜਾਜ਼ਤ ਦਿੰਦੇ ਹਨ। ਸੱਚਮੁੱਚ ਮੈਨੂੰ ਅਜਿਹੀ ਅਦੁੱਤੀ ਆਸ਼ੀਸ਼ ਮਿਲ ਰਹੀ ਹੈ। ਮੇਰਾ ਮੰਨਣਾ ਹੈ ਕਿ ਇਹ ਵਿਚਾਰ ਸਾਡੇ ਕੋਲ ਕਿਸੇ ਵੀ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਸਾਨੂੰ ਹਰ ਰੋਜ਼ ਪਰਮੇਸ਼ਵਰ ਨੂੰ ਧੰਨਵਾਦ ਅਤੇ ਵਡਿਆਈ ਦੇਣੀ ਚਾਹੀਦੀ ਹੈ। ਇਸੇ ਲਈ ਮੱਤੀ ਦੀ ਕਿਤਾਬ ਅਧਿਆਇ 28 ਦੀ ਵਿੱਚ ਯਿਸੂ ਨੇ ਸਾਨੂੰ ਦੱਸਿਆ ਕਿ ਜਦੋਂ ਅਸੀਂ ਪ੍ਰਾਸ਼ਚਿਤ ਕਰੀਏ ਉਦੋਂ ਅਸੀਂ ਦੂਜਿਆਂ ਨੂੰ ਪ੍ਰਚਾਰ ਕਰ ਸਕਦੇ ਹਾਂ ਅਤੇ ਯਿਸੂ ਦੀਆਂ ਸਿੱਖਿਆਵਾਂ ਦਾ ਪਾਲਣ ਕਰ ਸਕਦੇ ਹਾਂ। ਯੂਨਾਹ ਦੀ ਕਿਤਾਬ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਯੂਨਾਹ ਨੇ ਤੋਬਾ ਨਹੀਂ ਕੀਤੀ ਤਦ ਉਸਨੇ ਪਰਮੇਸ਼ਵਰ ਦੇ ਹੁਕਮਾਂ ਦੀ ਉਲੰਘਣਾ ਕੀਤੀ। ਭਾਵੇਂ ਪਰਮੇਸ਼ਵਰ ਨੇ ਕਿਹਾ, ਨੀਨਵਾਹ ਨੂੰ ਜਾ ਕੇ ਮੇਰੀ ਇੱਛਾ ਦਾ ਪ੍ਰਚਾਰ ਕਰ,
ਪਰ ਉਸਨੇ ਤਰਸ਼ੀਸ਼ ਨੂੰ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਮੁੰਦਰ ਵਿੱਚ ਇੱਕ ਭਿਆਨਕ ਤੂਫਾਨ ਆਇਆ ਅਤੇ ਜਹਾਜ਼ ਟੁੱਟਣ ਹੀ ਵਾਲਾ ਸੀ। ਉਸਨੇ ਮਹਿਸੂਸ ਕੀਤਾ ਕਿ ਇਹ ਕੋਈ ਕੁਦਰਤੀ ਘਟਨਾ ਨਹੀਂ ਹੈ, ਬਲਕਿ ਪਰਮੇਸ਼ਵਰ ਇਹ ਕਰ ਰਹੇ ਹਨ। ਜਦੋਂ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ, ਤਦ ਕੀ ਸਮੁੰਦਰ ਸ਼ਾਂਤ ਨਹੀਂ ਹੋਇਆ? ਜਦੋਂ ਉਹ ਵੱਡੀ ਮੱਛੀ ਦੇ ਢਿੱਡ ਵਿੱਚ 3 ਦਿਨਾਂ ਤੱਕ ਰਿਹਾ, ਤਦ ਉਸਨੇ ਦਿਲੋਂ ਤੋਬਾ ਦੇ ਨਾਲ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ। ਤੋਬਾ ਕਰਨ ਤੋਂ ਬਾਅਦ ਉਹ ਆਪਣੇ ਮਿਸ਼ਨ ਨੂੰ ਪੂਰਾ ਕਰਨ ਦੇ ਯੋਗ ਸੀ। ਉਹ ਪਰਮੇਸ਼ਵਰ ਦੀ ਇੱਛਾ ਦਾ ਪ੍ਰਚਾਰ ਕਰਨ ਗਿਆ। ਹੋਰ 40 ਦਿਨਾਂ ਨੂੰ ਨੀਨਵਾ ਢਾਇਆ ਜਾਵੇਗਾ। ਨੀਨਵਾ ਅਸ਼ੂਰ ਦੀ ਰਾਜਧਾਨੀ ਸੀ ਅਤੇ ਅਸ਼ੂਰ ਨੇ ਇਸਰਾਏਲੀਆਂ ਨੂੰ ਬਹੁਤ ਸਤਾਇਆ ਸੀ। ਜਦੋਂ ਪਰਮੇਸ਼ਵਰ ਨੇ ਉਸ ਨੂੰ ਉਹਨਾਂ ਦੀ ਰਾਜਧਾਨੀ ਵਿੱਚ ਜਾ ਕੇ ਸੰਦੇਸ਼ ਸੁਣਾਉਣ ਲਈ ਕਿਹਾ, ਤਦ ਉਹ ਝਿਜਕਿਆ। ਜੇਕਰ ਉਹ ਅਜਿਹਾ ਕਰਦਾ ਹੈ, ਤਦ ਉਸ ਦਾ ਜੀਵਨ ਤੁਰੰਤ ਖਤਰੇ ਵਿੱਚ ਪੈ ਜਾਂਦਾ। ਪਰ ਪਰਮੇਸ਼ਵਰ ਨੇ ਯੂਨਾਹ ਨੂੰ ਅਜਿਹਾ ਕੰਮ ਕਰਨ ਲਈ ਕਿਹਾ। ਤੋਬਾ ਕਰਨ ਤੋਂ ਬਾਅਦ ਯੂਨਾਹ 180 ਡਿਗਰੀ ਬਦਲ ਗਿਆ। ਤੋਬਾ ਕਰਨ ਤੋਂ ਬਾਅਦ ਉਸਨੇ ਕਿਹਾ, ਮੈਂ ਮੱਛੀ ਦੇ ਢਿੱਡ ਵਿੱਚ ਮਰ ਜਾਂਦਾ। ਮੈਂ ਇੱਕ ਨਵੀਂ ਜ਼ਿੰਦਗੀ ਪ੍ਰਾਪਤ ਕੀਤੀ ਹੈ। ਉਸਨੇ ਪਰਮੇਸ਼ਵਰ ਦੀ ਇੱਛਾ ਦਾ ਪ੍ਰਚਾਰ ਕਰਨ ਤੋਂ ਬਾਅਦ ਪੂਰੇ ਰਾਸ਼ਟਰ ਵਿੱਚ ਰਾਜੇ ਤੋਂ ਲੈ ਕੇ ਨੌਕਰਾਣੀ ਦੇ ਸਭ ਤੋਂ ਛੋਟੇ ਬੱਚੇ ਤੱਕ ਅਤੇ ਇੱਥੋਂ ਤੱਕ ਕਿ ਜਾਨਵਰਾਂ ਤੱਕ ਨੇ ਵੀ, ਸਾਰੀ ਕੌਮ ਨੇ ਵਰਤ ਰੱਖਿਆ। ਨਤੀਜਾ ਉਹ ਨਹੀਂ ਸੀ ਜਿਸ ਦੀ ਯੂਨਾਹ ਨੇ ਕਲਪਨਾ ਕੀਤੀ ਸੀ। ਇਸ ਦੇ ਉਲਟ ਹੋਇਆ। ਯੂਨਾਹ ਦੀ ਚੇਤਾਵਨੀ ਸੁਣ ਕੇ ਉਹਨਾਂ ਸਾਰਿਆਂ ਨੇ ਤੋਬਾ ਕੀਤੀ। ਕੀ ਇਹ ਯੂਨਾਹ ਦੀ ਕਿਤਾਬ ਵਿੱਚ ਦਰਜ ਨਹੀਂ ਹੈ ਕਿ ਨੀਨਵਾਹ ਤੋਂ ਸਾਰੀਆਂ ਤਬਾਹੀਆਂ ਵਾਪਸ ਲੈ ਲਈਆਂ ਗਈਆਂ ਕਿਉਂਕਿ ਉਹਨਾਂ ਨੇ ਤੋਬਾ ਕੀਤੀ? ਤੋਬਾ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਿਆਰਾਂ ਅਨੁਸਾਰ ਪਰਮੇਸ਼ਵਰ ਦੀ ਇੱਛਾ ਦਾ ਨਿਰਣਾ ਕਰਦੇ ਹਾਂ। ਹਾਲਾਂਕਿ ਜਿਵੇਂ ਯੂਨਾਹ ਤੋਬਾ ਕਰਨ ਤੋਂ ਬਾਅਦ ਬਦਲ ਗਿਆ, ਉਸੇ ਤਰ੍ਹਾਂ ਸਾਡੇ ਕੋਲ ਵੀ ਤੋਬਾ ਨਾਮਕ ਇੱਕ ਪਰਿਵਰਤਨ ਬਿੰਦੂ ਹੋਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਹੈ। ਤਦ ਹੀ ਸਾਨੂੰ ਅਹਿਸਾਸ ਹੋਵੇਗਾ ਕਿ ਪਰਮੇਸ਼ਵਰ ਨੇ ਸਾਨੂੰ ਇਹ ਸਿੱਖਿਆ ਕਿਉਂ ਦਿੱਤੀ ਹੈ ਅਤੇ ਉਹਨਾਂ ਨੇ ਸਾਨੂੰ ਦੂਜਿਆਂ ਦੀ ਸੇਵਾ ਕਰਨ ਅਤੇ ਆਪਣੇ ਆਪ ਨੂੰ ਨਿਮਰ ਕਰਨ ਦਾ ਹੁਕਮ ਕਿਉਂ ਦਿੱਤਾ ਹੈ। ਇਹ ਸਭ ਕਿਸ ਲਈ ਸੀ? ਸਾਨੂੰ ਅਹਿਸਾਸ ਹੁੰਦਾ ਹੈ ਕਿ ਪਰਮੇਸ਼ਵਰ ਨੇ ਸਾਡੀ ਖੁਸ਼ੀ, ਸਾਡੀਆਂ ਆਸ਼ੀਸ਼ਾਂ, ਸਾਡੇ ਸਦੀਪਕ ਜੀਵਨ ਅਤੇ ਸਾਡੀ ਪਾਪਾਂ ਦੀ ਮਾਫੀ ਲਈ ਅਜਿਹਾ ਤਰੀਕਾ ਤਿਆਰ ਕੀਤਾ ਹੈ। ਇਸ ਲਈ ਸਾਨੂੰ ਹਰ ਹਾਲਤ ਵਿੱਚ ਧੰਨਵਾਦ ਕਰਨਾ ਚਾਹੀਦਾ ਹੈ। ਇੱਕ ਵਿਅਕਤੀ ਬਾਰੇ ਸੋਚੋ ਜੋ ਅਜਿਹਾ ਸੋਚਦਾ ਹੈ, ਉਹ ਵਿਅਕਤੀ ਮੇਰੇ ਨਾਲੋਂ ਵਧੀਆ ਜੀਵਨ ਬਤੀਤ ਕਰ ਰਿਹਾ ਹੈ। ਮੈਂ ਇੰਨਾ ਗਰੀਬ ਕਿਉਂ ਹਾਂ? ਅਤੇ ਇਹ ਕਹਿੰਦੇ ਹੋਏ ਬੁੜਬੁੜਾਉਂਦਾ ਰਹਿੰਦਾ ਹੈ, ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਕਿਉਂਕਿ ਮੈਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦਾ ਹਾਂ। ਜਿਸ ਸੰਸਾਰ ਵਿੱਚ ਅਸੀਂ ਜਾ ਰਹੇ ਹਾਂ ਉਹ ਸਦੀਪਕ ਦੁਨੀਆ ਹੈ। ਉਸ ਸਦੀਪਕ ਸੰਸਾਰ ਵਿੱਚ ਜਾਣ ਤੋਂ ਪਹਿਲਾਂ ਪਰਮੇਸ਼ਵਰ ਨੇ ਸਾਨੂੰ ਪ੍ਰਾਸ਼ਚਿਤ ਕਰਨ ਦਾ ਸਮੇਂ ਦੇਣ ਲਈ ਸ਼ਰਨ ਨਗਰ, ਧਰਤੀ ਨੂੰ ਤਿਆਰ ਕੀਤਾ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਕਮੀ ਨੂੰ ਪੂਰਾ ਕਰੀਏ। ਜਦੋਂ ਕੋਈ ਵਿਅਕਤੀ ਲਗਭਗ 60 ਸਾਲ ਤੱਕ ਜਿਉਂਦਾ ਰਹਿੰਦਾ ਹੈ ਤਦ ਉਸ ਦੀ ਸ਼ਖਸੀਅਤ ਪੂਰੀ ਤਰ੍ਹਾਂ ਵਿਕਸਿਤ ਹੋ ਸਕਦੀ ਹੈ। ਆਓ ਅਸੀਂ ਉਸ ਉਤਸਵ ਦੀ ਅਣਗਹਿਲੀ ਨਾ ਕਰੀਏ ਜੋ 60ਵੀਂ ਵਰ੍ਹੇਗੰਢ ਉੱਤੇ ਮਨਾਇਆ ਜਾਂਦਾ ਹੈ। ਸਾਰੇ ਲੋਕੋ, ਜਿਸ ਮਾਰਗ ਦੀ ਅਗਵਾਈ ਪਰਮੇਸ਼ਵਰ ਕਰ ਰਹੇ ਹਨ ਉਹ ਮਾਰਗ ਹੈ ਜੋ ਸਾਨੂੰ ਸਦੀਪਕ ਖੁਸ਼ੀ ਵੱਲ ਲੈ ਜਾਂਦਾ ਹੈ। ਇਸ ਲਈ ਸਾਨੂੰ ਪਰਮੇਸ਼ਵਰ ਨੂੰ ਵਡਿਆਈ ਦੇਣੀ ਚਾਹੀਦੀ ਹੈ। 60ਵੀਂ ਵਰ੍ਹੇਗੰਢ ਵਿੱਚ ਮਨਾਏ ਜਾ ਰਹੇ ਪਤਝੜ ਦੇ ਤਿਉਹਾਰ ਦੇ ਜ਼ਰੀਏ ਆਓ ਅਸੀਂ ਯੂਨਾਹ ਵਾਂਗ ਤੋਬਾ ਕਰੀਏ ਅਤੇ ਮੁਕਤੀ ਦੇ ਕੰਮ ਵਿੱਚ ਹਿੱਸਾ ਲਈਏ ਤਾਂ ਜੋ ਅਸੀਂ ਆਤਮਾਵਾਂ ਨੂੰ ਤੋਬਾ ਵੱਲ ਲੈ ਜਾ ਸਕੀਏ ਅਤੇ ਭਰਪੂਰ ਮਾਤਰਾ ਵਿੱਚ ਚੰਗੇ ਫਲ ਅਤੇ ਇੱਥੋਂ ਤੱਕ ਕਿ ਸਭ ਤੋਂ ਛੋਟੀ ਸੰਤਾਨ ਨੂੰ ਵੀ ਲੱਭ ਸਕੀਏ। ਉਮੀਦ ਕਰਦੇ ਹੋਏ ਕਿ ਤੁਹਾਨੂੰ ਬਹੁਤ ਕਿਰਪਾ ਪ੍ਰਾਪਤ ਹੋਈ ਹੈ, ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।